ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ। ਭਾਂਡਾ ਹੱਛਾ ਸੋਏ ਜੋ ਤਿਸ ਭਾਵਸੀ, ਭਾਂਡਾ ਅਤਿ ਮਲੀਣ ਧੋਤਾ ਹੱਛਾ ਨਾ ਹੋਏ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੁਗੋ ਯੁਗ ਅਟਲ ਚਵਰ ਤਖਤ ਦੇ ਮਾਲਕ, ਅੰਮ੍ਰਿਤ ਕੇ ਦਾਤੇ, ਰਹਿਬਰ ਕਾਮਲ ਅਕਮਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ 'ਚ ਹਾਜ਼ਰੀਨ ਗੁਰੂ ਰੂਪ ਸਾਧ ਸੰਗਤ ਜੀਓ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਮੁਬਾਰਕ ਬਖਸ਼ਿਸ਼ 730 ਅੰਗ ਤੇ ਰਾਗ ਸੂਹੀ ਦੇ ਸਰਲੇਖ ਵਿੱਚ ਸੁਭਾਈਮਾਨ ਹੈ। ਗਰੀਬ ਨਵਾਜ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦਾ ਪਵਿੱਤਰ ਬੋਲ ਹੈ ਕਿ ਭਾਂਡਾ ਹੱਛਾ ਸੋਏ ਜੋ ਤਿਸ ਭਾਵਸੀ, ਭਾਂਡਾ ਅਤਿ ਮਲੀਣ ਧੋਤਾ ਹੱਛਾ ਨਾ ਹੋਏ ਸੀ। ਅਸੀਂ ਇੱਕ ਸ਼ਬਦ ਪੜ੍ਹਦੇ ਹੁੰਦੇ ਹਾਂ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਕਿ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਉਹ ਗੱਲ ਚੰਗੀ ਹੈ ਜਿਹੜੀ ਅਕਾਲ ਪੁਰਖ ਵਾਹਿਗੁਰੂ ਨੂੰ ਪਾਉਂਦੀ ਹੈ, ਤੇ ਜਿਹੜੀ ਗੱਲ ਮਰਿਆਦਾ ਦੇ ਵਿੱਚ ਹੈ ਨਾ, ਰੂਲ ਰੈਗੂਲੇਸ਼ਨ ਦੇ ਵਿੱਚ ਜਿਹੜੀ ਬਾਤ ਆਉਂਦੀ ਹੈ, ਅਕਾਲ ਪੁਰਖ ਵਾਹਿਗੁਰੂ ਨੂੰ ਉਹ ਚੰਗੀ ਲੱਗਦੀ ਹੈ। ਹੁਣ ਸਤਿਗੁਰੂ ਜੀ ਉਦਾਹਰਨ ਦਿੰਦੇ ਨੇ ਭਾਂਡੇ ਦੀ, ਤੇ ਇੱਥੇ ਬਾਤ ਕਰ ਰਹੇ ਨੇ ਮਨੁੱਖੀ ਸਰੀਰ ਦੀ। ਕਹਿੰਦੇ ਭਾਂਡਾ ਉਹੀ ਚੰਗਾ ਹੁੰਦਾ ਹੈ ਜਿਹੜਾ ਸੁਆਣੀ ਨੂੰ ਚੰਗਾ ਲੱਗੇ। ਜਦੋਂ ਅਸੀਂ ਕਿਤੇ ਸ਼ਹਿਰ ਬਾਜ਼ਾਰੇ ਜਾਂਦੇ ਹਾਂ ਤੇ ਉੱਥੇ ਜਦੋਂ ਕੋਈ ਵੀ ਅਸੀਂ ਖਰੀਦੋ ਫਰੋਖੀ ਕਰਦੇ ਹਾਂ ਤਾਂ ਜਿਹੜਾ ਭਾਂਡਾ ਜਾਂ ਵਸਤੂ ਜਿਹੜੀ ਮਨ ਨੂੰ ਭਾਵੇ ਅਸੀਂ ਉਹੀ ਖਰੀਦਦੇ ਹਾਂ, ਜਿਹੜੀ ਸਾਨੂੰ ਚੰਗੀ ਲੱਗੇ। ਦੁਕਾਨਦਾਰ ਨੂੰ ਜਦੋਂ ਅਸੀਂ ਪੁੱਛਦੇ ਹਾਂ ਵੀ ਆਹ ਭਾਂਡਾ ਕਿਵੇਂ ਆ, ਉਹ ਕਹਿਣ ਲੱਗਾ ਜੀ ਬਹੁਤ ਅੱਛਾ ਹੈ। ਫਰਜ਼ ਕਰੋ ਅਸੀਂ ਕੱਪੜਾ ਲੈਣ ਗਏ ਹਾਂ ਤਾਂ ਜਿਹੜਾ ਵੀ ਉਹਨੇ ਕੱਪੜਾ ਦਿਖਾਣਾ ਉਹਨੇ ਹਰੇਕ ਨੂੰ ਕਹਿਣਾ ਵੀ ਆਹ ਵੀ ਅੱਛਾ ਹੈ ਜੀ, ਆਹ ਵੀ ਅੱਛਾ ਹੈ ਜੀ, ਆਹ ਸਭ ਤੋਂ ਹੀ ਅੱਛਾ ਹੈ ਜੀ। ਭਾਵ-ਅਰਥ ਕੀ ਹੈ ਕਿ ਉਹਨੇ ਕਹਿਣਾ ਹੈ, ਪਰ ਇਹ ਅਸੀਂ ਦੇਖਣਾ ਹੈ ਵੀ ਸਾਨੂੰ ਕਿਹੜਾ ਵਧੀਆ ਲੱਗਦਾ ਹੈ, ਤੇ ਜਿਹੜੀ ਵਸਤੂ ਸਾਨੂੰ ਵਧੀਆ ਲੱਗਦੀ ਅਸੀਂ ਉਹ ਹੀ ਖਰੀਦਦੇ ਹਾਂ। ਇਸੇ ਤਰ੍ਹਾਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਸਰੀਰ ਰੂਪੀ ਭਾਂਡਾ ਉਹ ਵਧੀਆ ਹੈ ਜਿਹੜਾ ਵਾਹਿਗੁਰੂ ਨੂੰ ਪਾਉਂਦਾ ਹੈ, ਤੇ ਭਾਂਡਾ ਇਹ ਗੱਲ ਸੋਚਦਾ ਹੈ, ਮਨੁੱਖੀ ਸਰੀਰ ਰੂਪੀ ਭਾਂਡਾ ਇਹ ਗੱਲ ਸੋਚਦਾ ਹੈ ਕਿਤੇ ਪਾਣੀ ਦੇ ਨਾਲ ਇਸ਼ਨਾਨ ਕਰਨ ਨਾਲ ਸੁੱਚਤਾ ਆ ਜਾਵੇਗੀ ਅੰਦਰ। ਨਹੀਂ, ਬਾਹਰੋਂ ਸਰੀਰ ਨੂੰ ਪਾਣੀ ਦੇ ਨਾਲ ਧੋਣ ਨਾਲ ਅੰਦਰ ਦੀ ਜਿਹੜੀ ਸੁੱਚਤਾ ਹੈ ਉਹ ਨਹੀਂ ਆਉਂਦੀ। ਸਤਿਗੁਰੂ ਜੀ ਦਾ ਪਾਵਨ ਬਚਨ ਹੈ, ਸੂਚੇ ਇਹ ਨਾ ਆਖੀਐ ਬਹਿਣ ਜੇ ਪਿੰਡਾ ਧੋਏ, ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਸੂਚੇ ਇਹ ਨਾ ਆਖੀਐ, ਉਹਨਾਂ ਨੂੰ ਅਸੀਂ ਸੁੱਚੇ ਨਹੀਂ ਕਹਿ ਸਕਦੇ। ਬਹਿਣ ਜੇ ਪਿੰਡਾ ਧੋਏ, ਬਾਹਰੋਂ ਪਿੰਡਾ ਧੋ ਲਿਆ। ਸਤਿਗੁਰੂ ਇੱਕ ਸਖਤ ਤਾਕੀਦ ਕਰਦੇ ਨੇ, ਕਹਿੰਦੇ ਬਾਹਰੋਂ ਧੋਤੀ ਤੁੰਮੜੀ ਤੇ ਅੰਦਰ ਵਿਛ ਨਕੋਰ। ਤੁੰਮਾ ਕਿੰਨਾ ਹੀ ਧੋ ਲਓ ਬਾਹਰੋਂ,
ਅਸਲ ਦੇ ਵਿੱਚ ਉਹਦੇ ਅੰਦਰ ਤੇ ਕੁੜੱਤਣ ਹੀ ਰਹਿੰਦੀ ਹੈ ਨਾ। ਔਗਣੀ ਭਰਿਆ ਸਰੀਰ ਹੈ, ਕਿਉਂ ਸੰਤੋ ਨਿਰਮਲ ਹੋਏ। ਅੰਦਰ ਦੇ ਔਗਣ ਬਾਹਰ ਦੇ ਇਸ਼ਨਾਨ ਨਾਲ ਨਹੀਂ ਜਾ ਸਕਦੇ, ਤੇ ਜਿਹੜੇ ਅੰਦਰ ਦੇ ਔਗਣ ਹੈ, ਅੰਦਰ ਦੇ ਔਗਣ ਤਦੇ ਜਾਣਗੇ ਜਦੋਂ ਤੂੰ ਗੁਰੂ ਦੇ ਦੁਆਰੇ ਤੇ ਆਵੇਂਗਾ, ਜਦੋਂ ਗੁਰੂ ਦੇ ਦੁਆਰਾ ਤੈਨੂੰ ਸੋਝੀ ਦਿੱਤੀ ਜਾਏਗੀ, ਜਦੋਂ ਗੁਰੂ ਦੇ ਦਰ ਤੇ ਤੂੰ ਆਪਾ ਭਾਵ ਤਿਆਗ ਕਰਕੇ ਗੁਰੂ ਦੇ ਚਰਨਾਂ ਦੇ ਵਿੱਚ ਆਵੇਂਗਾ। ਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਕਹਿੰਦੇ ਭਾਂਡਾ ਅਤ ਮਲੀਨ, ਅੱਤ ਦਾ ਮਲੀਨ, ਅੱਤ ਦਾ ਮੈਲਾ ਭਾਂਡਾ ਹੋਵੇ ਉਹ ਧੋਤਿਆਂ ਅੱਛਾ ਨਹੀਂ ਹੁੰਦਾ। ਇਸੇ ਤਰ੍ਹਾਂ ਮਨੁੱਖ ਦੇ ਅੰਦਰ ਅਨੇਕਾਂ ਤਰ੍ਹਾਂ ਦੇ ਵਿਕਾਰ ਨੇ, ਪਰ ਮਨੁੱਖੀ ਸਮਝ ਦੇ ਵਿੱਚ ਕਿਤੇ ਇਹ ਗੱਲ ਬੈਠ ਗਈ ਹੈ ਵੀ ਕਿਤੇ ਪਾਣੀ ਦੇ ਨਹਾਉਣ ਨਾਲ ਜਾਂ ਕਿਤੇ ਦੂਰ ਦਰੇਡੇ ਜਾਣ ਨਾਲ ਉੱਥੇ ਬਾਤ ਬਣ ਜਾਏਗੀ। ਇਸ ਬਾਤ ਨੂੰ, ਇਸ ਸੋਚ ਨੂੰ ਬਿਲਕੁਲ ਕੰਡੈਮ ਕਰਦਿਆਂ ਸਤਿਗੁਰੂ ਕਬੀਰ ਜੀ ਕਹਿੰਦੇ ਵੀ ਕਬੀਰ ਗੰਗਾ ਤੀਰ ਜੋ ਘਰ ਘਰ ਹੈ, ਪੀਵੈ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਕਹਿਣਗੇ ਪੁਰਾਤਨ ਇੱਕ ਰੀਤ ਬਣਾਈ ਗਈ ਹੈ ਵੀ ਗੰਗਾ ਤੇ ਇਸ਼ਨਾਨ ਕੀਤਾ ਜਾਂਦਾ ਹੈ, ਪ੍ਰਯਾਗਰਾਜ ਦਾ ਇਸ਼ਨਾਨ ਕੀਤਾ ਜਾਂਦਾ ਹੈ। ਪੁਰਾਤਨ ਸਮੇਂ ਦੀ ਜਿਹੜੀ ਚੱਲਦੀ ਮਰਿਆਦਾ ਹੈ ਕਿ ਉੱਥੇ ਇਸ਼ਨਾਨ ਕਰਨ ਦੇ ਨਾਲ ਜਿਹੜਾ ਮਨੁੱਖ ਹੈ ਉਹ ਪਵਿੱਤਰ ਹੋ ਜਾਂਦਾ ਹੈ। ਹੁਣ ਅੱਜ ਕੱਲ੍ਹ ਬੜਾ ਰਿਵਾਜ ਚੱਲਿਆ ਹੋਇਆ ਵੀ ਕਦੇ ਕਿਸੇ ਨੇ ਬੰਦਗੀ ਨਾ ਕੀਤੀ ਹੋਵੇ, ਨਿਤਨੇਮ ਨਾ ਕੀਤਾ ਹੋਵੇ, ਕਿਸੇ ਦਾ ਭਲਾ ਨਾ ਕੀਤਾ ਹੋਵੇ, ਉਹਦੀਆਂ ਹੱਡੀਆਂ ਚੁੱਕ ਕੇ ਤੇ ਹਰਿਦੁਆਰ ਨੂੰ ਲੈ ਜਾਂਦੇ ਨੇ। ਕੀ ਉੱਥੇ ਉਹ ਹੱਡੀਆਂ ਜਾ ਕੇ ਪਵਿੱਤਰ ਹੋ ਜਾਂਦੀਆਂ? ਕੀ ਮਨੁੱਖ ਦੀ ਮੁਕਤੀ ਹੋ ਜਾਂਦੀ ਹੈ? ਇਹ ਬਾਤ ਸੋਚਣ ਵਾਲੀ ਹੈ। ਬਹੁ ਗਿਣਤੀ ਇੱਦਾਂ ਕਰ ਰਹੀ ਹੈ, ਤੇ ਜਿਹੜੀ ਘੱਟ ਗਿਣਤੀ ਹੈ 2% ਹੈ, ਜਿਹੜੀ ਭਾਵ ਕਿ ਅਸੀਂ, ਸਾਡੇ ਲੋਕ ਵੀ ਇੱਦਾਂ ਕਰਦੇ ਆ। ਇੱਦਾਂ ਹੀ ਸੰਸਕਾਰ ਤੋਂ ਬਾਅਦ ਉਹ ਹੱਡੀਆਂ ਚੁੱਕਣਗੇ, ਕੋਈ ਹਰਿਦੁਆਰ ਸਾਹਿਬ ਲੈ ਜਾਂਦਾ ਹੈ, ਵਾਹਿਗੁਰੂ, ਕੋਈ ਹਰਿਦੁਆਰ ਜਾਂਦਾ ਹੈ, ਕੋਈ ਕੀਰਤਪੁਰ ਸਾਹਿਬ ਲੈ ਜਾਂਦਾ ਹੈ। ਸੋਚਦੇ ਨੇ ਵੀ ਇੱਦਾਂ ਕਿਤੇ ਉਹ ਵਿਛੜੀ ਹੋਈ ਰੂਹ ਦਾ ਭਲਾ ਹੋ ਜਾਏਗਾ। ਨਹੀਂ, ਸਤਿਗੁਰੂ ਇਸ ਬਾਤ ਨੂੰ ਵੀ ਬਿਲਕੁਲ ਕੰਡੈਮ ਕਰਦੇ ਆ। ਬਸ ਸਾਨੂੰ ਇਹ ਬਾਤਾਂ ਸਮਝਣੀਆਂ ਪੈਣੀਆਂ ਤੇ ਸਮਝ ਕੇ ਮੰਨਣੀਆਂ ਪੈਣਗੀਆਂ, ਫਿਰ ਬਾਤ ਬਣੇਗੀ। ਭੁੱਖ ਸਰੀਰ ਨੂੰ ਲੱਗਦੀ ਹੈ, ਤ੍ਰੇ ਸਰੀਰ ਨੂੰ ਲੱਗਦੀ ਹੈ, ਧੁੱਪ ਛਾਂ, ਗਰਮੀ ਸਰਦੀ, ਦੁੱਖ ਸੁੱਖ ਸਰੀਰ ਮਹਿਸੂਸ ਕਰਦਾ ਹੈ। ਜਦੋਂ ਸਰੀਰ ਹੀ ਨਹੀਂ ਰਿਹਾ, ਫਿਰ ਹੱਡੀਆਂ ਨੂੰ ਚੁੱਕ ਕੇ ਜਿੱਥੇ ਮਰਜ਼ੀ ਚਲੇ ਜਾਓ, ਉੱਥੇ ਹੱਡੀਆਂ ਦੀ ਮੁੱਠ ਹੈ, ਜਿੱਥੇ ਮਰਜ਼ੀ ਲੈ ਜਾਓ। ਪਰ ਬਹੁ ਗਿਣਤੀ ਦੀ ਵੇਖਾ ਵਾਖੀ ਸਾਡੇ ਜਿਹੜੇ ਲੋਕ ਨੇ ਉਹ ਵੀ ਇਦਾਂ ਕਰਦੇ ਆ। ਪਰ ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਤੋਂ ਬਿਲਕੁਲ ਮੁਨਕਰ ਹੋ ਜਾਂਦੇ ਹਾਂ, ਬੇਦਾਵਾ ਦੇ ਦਿੰਦੇ ਹਾਂ ਅਸੀਂ ਗੁਰੂ ਸਾਹਿਬਾਂ ਨੂੰ ਵੀ ਅਸੀਂ ਤਾਂ ਇੱਦਾਂ ਹੀ ਕਰਾਂਗੇ। ਜੇ ਅਸੀਂ ਜਾਣੇ ਅਣਜਾਣੇ 'ਚ ਵੀ ਕਰ ਰਹੇ ਹਾਂ ਤਾਂ ਗੁਰੂ ਦੀ ਗੱਲ ਸੁਣ ਕੇ ਸਾਨੂੰ ਰੁਕ ਜਾਣਾ ਚਾਹੀਦਾ ਹੈ। ਸਤਿਗੁਰੂ ਕਹਿੰਦੇ ਭਾਂਡਾ ਅਤ ਮਲੀਨ, ਮੈਲਾ ਕੁਚਾਲਾ ਭਾਂਡਾ ਹੋਵੇ ਪਰ ਧੋਤਾ ਹੱਛਾ ਨਾ ਹੋਏ ਸੀ। ਕੀ ਗੰਗਾ ਦੇ ਕਿਨਾਰੇ ਰਹਿਣ ਵਾਲੇ ਬ੍ਰਾਹਮਣਾਂ ਦੇ ਅੰਦਰ ਵਿਕਾਰ ਨਹੀਂ ਹੈ? ਉਹ ਤੇ ਉਹਨਾਂ ਨੇ ਤਾਂ ਮਨੁੱਖਾਂ ਦੀਆਂ ਕੈਟਾਗਰੀਆਂ ਬਣਾਤੀਆਂ, ਜੀ ਸ਼ੂਦਰ ਹੈ ਜੀ, ਨੀਵੀਂ ਜਾਤ ਦਾ ਜੀ। ਸਤਿਗੁਰੂ ਨੇ ਇਸ ਗੱਲ ਨੂੰ ਵੀ ਕੰਡੈਮ ਕੀਤਾ। ਕਹਿਣਗੇ ਤੁਮਕਤ ਬ੍ਰਾਹਮਣ ਹਮਕਤ ਸੂਦ, ਹਮਕਤ ਲੋਹੂ ਤੁਮਕਤ ਦੂਧ। ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ। ਫਿਰ ਕਹਿੰਦੇ ਮੂੰਡ ਮੰਡਾਏ ਜੋ ਸਿਧ ਪਾਈ, ਮੁਕਤੀ ਭੇੜ ਨਾ ਗਈਆ ਕਾਈ। ਫਿਰ ਤੁਸੀਂ ਕਹਿੰਦੇ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਉਹਦਾ ਮੁੰਡਨ ਹੋਣਾ ਚਾਹੀਦਾ। ਆ ਭਰਵੱਟੇ ਨੇ ਜਿਹੜੇ, ਸਿਰ ਹੈ ਜਿਹੜਾ, ਇਹ ਸਾਰੇ ਜਿਹੜੇ ਕੇਸ ਨੇ ਕੱਟ ਦਿੱਤੇ ਜਾਂਦੇ ਨੇ, ਉੱਥੇ ਬੰਦੇ ਨੂੰ ਵੱਧ ਸ਼ਕਲ ਬਣਾ ਕੇ ਘਰ ਭੇਜ ਦਿੰਦੇ ਨੇ। ਕੀ ਇਹਦੇ ਨਾਲ ਮਰੇ ਹੋਏ ਪ੍ਰਾਣੀ ਨਾਲ ਕੋਈ ਸੰਬੰਧ ਹੈ ਜਾਂ ਮੁਕਤੀ ਹੋ ਜਾਏਗੀ ਉਹਦੀ?
ਬਿਲਕੁਲ ਨਹੀਂ ਹੈ। ਸਤਿਗੁਰੂ ਨੇ ਇਸ ਗੱਲ ਨੂੰ ਬਿਲਕੁਲ ਕੰਡੈਮ ਕਰ ਦਿੱਤਾ। ਕਹਿਣ ਲੱਗੇ ਮੂੰਡ ਮੰਡਾਏ ਜੋ ਸਿੱਧ ਪਾਈ, ਮੂੰਡ ਕਹਿੰਦੇ ਨੇ ਸਿਰ ਨੂੰ। ਕਹਿਣ ਲੱਗੇ ਜੇ ਕਿਸੇ ਦਾ ਸਿਰ ਮੁੰਨਣ ਦੇ ਨਾਲ ਕਿਸੇ ਨੂੰ ਕੁਝ ਪ੍ਰਾਪਤੀ ਹੁੰਦੀ ਹੋਵੇ ਤਾਂ ਭੇਡ ਹੈ ਜਿਹੜੀ, ਉਹਨੂੰ ਹਰ 6 ਮਹੀਨਿਆਂ ਬਾਅਦ ਹੀ ਮੁੰਨਿਆ ਜਾਂਦਾ ਹੈ, ਉਹਦੇ ਤੋਂ ਉੱਨ ਲਾਈ ਜਾਂਦੀ ਹੈ। ਅਸੀਂ ਭੇਡਾਂ ਨੂੰ ਵੀ ਗਏ ਗੁਜਰੇ, ਅਸੀਂ ਉਸ ਬਾਤ ਨੂੰ ਸਮਝਣ ਵਾਸਤੇ ਬਿਲਕੁਲ ਹੀ ਤਿਆਰ ਨਹੀਂ ਹਾਂ। ਸਾਡਾ ਜਿਹੜਾ ਜ਼ਿਹਨੀ ਤਵਾਜ਼ਨ ਹੈ, ਜਿਹੜਾ ਇੰਨਾ ਜ਼ਿਆਦਾ ਸਾਡਾ ਕਮਜ਼ੋਰ ਹੋ ਗਿਆ ਹੈ। ਸਾਡੀ ਸੋਚਣ ਦੀ ਸਮਝਣ ਦੀ ਜਿਹੜੀ ਸ਼ਕਤੀ ਹੈ, ਬੁੱਧੀ ਹੈ ਜਿਹੜੀ ਸਾਡੀ, ਉਹਨੂੰ ਆਸੇ ਪਾਸੇ ਦੇ ਜਿਹੜੇ ਬਹੁਗਿਣਤੀ ਲੋਕ ਨੇ ਉਹਨਾਂ ਨੇ ਪਖੰਡ ਕਰ ਕਰਕੇ ਇੰਨਾ ਜ਼ਿਆਦਾ ਸਾਡੇ ਲੋਕਾਂ ਦੀ ਜਿਹੜੀ ਸੋਚ ਦੇ ਗ੍ਰਾਫ ਨੂੰ ਨੀਚਾ ਗਿਰਾ ਦਿੱਤਾ ਹੈ ਕਿ ਜਦੋਂ ਗੁਰੂ ਘਰ ਆ ਕੇ ਕੋਈ ਪੁੱਛਦਾ ਬਾਬਾ ਜੀ ਅੱਜ ਪੈਂਚਕਾਂ ਤਾਂ ਨਹੀਂ, ਉਦੋਂ ਆਪਦੇ ਆਪ ਨੂੰ ਕਿਤੇ ਨਾ ਕਿਤੇ ਬੜਾ ਦੁੱਖ ਲੱਗਦਾ ਹੈ। ਅੱਜ ਕਿਤੇ ਪੂਰਨਮਾਸ਼ੀ ਤਾਂ ਨਹੀਂ, ਤਾਰਾ ਤਾਂ ਨਹੀਂ ਡੁੱਬਿਆ, ਗੰਡਮੂਲ ਤਾਂ ਨਹੀਂ, ਕਿਤੇ ਪਣਾਈ 'ਚ ਤਾਂ ਨਹੀਂ ਜਾ ਵੜਿਆ ਸਮਾਂ। ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਘਰ ਜਾਣਾ ਹੁੰਦਾ ਹੈ। ਇੱਕ ਪਾਸੇ ਸਾਡੇ ਗੁਰੂ ਨੇ ਸਾਡੇ ਘਰ ਆਉਣਾ ਹੈ, ਦੂਜੇ ਪਾਸੇ ਅਸੀਂ ਗੁਰੂ 'ਤੇ ਅੰਕੁਸ਼ ਲਾ ਰਹੇ ਹਾਂ। ਗੁਰੂ ਮਹਾਰਾਜ ਦਾ ਮੂੰਹ ਚੜ੍ਹਦੇ ਵਾਲੇ ਪਾਸੇ ਕਰ ਦਿਓ ਜੀ। ਕੀ ਅਸੀਂ ਗੁਰੂ ਕੇ ਸਿੱਖ ਹਾਂ? ਨਹੀਂ, ਅਸੀਂ ਤੇ ਸਿਰਫ ਇੱਥੋਂ ਤੱਕ ਹੀ ਸੀਮਿਤ ਰਹਿ ਗਏ ਕਿ ਸਤਿਗੁਰੂ ਕਹਿੰਦੇ ਵੀ ਨਹਾਉਣ ਤੇ ਸੈਰਾਂ ਕਰਨ ਦੇ, ਬਸ ਇੱਥੋਂ ਤੱਕ ਹੀ ਸਾਡਾ ਸੀਮਿਤ ਹੋ ਗਿਆ। ਫਿਰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ। ਕਹਿਣ ਲੱਗੇ ਜਲ ਕੇ ਮੱਜਨ ਜੇਗਤ ਹੋਵੇ। ਕਹਿਣ ਲੱਗੇ ਜੇ ਜਲ ਦੇ ਨਹਾਉਣ ਨਾਲ ਗੱਲ ਬਣਦੀ ਹੋਵੇ ਤਾਂ ਨਿਤ ਮੇਂਢਕ ਨਹਾਵੇ, ਡੱਡ ਪਾਣੀ 'ਚ ਹੀ ਰਹਿੰਦੀ ਹੈ। ਜੈਸੇ ਮੇਂਢਕ ਤੈਸੇ ਓਏ ਨਰ। ਡੱਡ ਤੇ ਉਸ ਬੰਦੇ 'ਚ ਕੋਈ ਅੰਤਰ ਨਹੀਂ ਹੈ। ਕਈ ਵਾਰੀ ਅਸੀਂ ਇੱਕ ਸ਼ਬਦ ਪੜ੍ਹਦੇ ਨੇ ਸੁਖਮਨੀ ਦੇ ਅੰਦਰ, ਸਾਹਿਬ ਕਹਿੰਦੇ ਵੀ ਕਰਤੂਤ ਪਸ਼ੂ ਕੀ ਮਾਨਸ ਜਾਤ। ਹੁਣ ਪਸ਼ੂ ਤਾਂ ਬਹੁਤ ਵੱਡਾ ਹੁੰਦਾ ਹੈ, ਹੋ ਸਕਦਾ ਕੋਈ ਆਦਤ ਸਾਡੀ ਪਸ਼ੂਆਂ ਨਾਲ ਹੀ ਮਿਲ ਜਾਏ ਤਾਂ ਵੀ ਜੀਵਨ ਦਾ ਉਧਾਰ ਹੋ ਜਾਏਗਾ। ਅਸੀਂ ਕਹਿੰਦੇ ਨਾ ਬੰਦਾ ਬੜੀ ਉੱਚੀ ਜੂਨ ਹੈ, ਜਾਂ ਕੋਈ ਬੰਦੇ ਨੂੰ ਸਮਝਣਾ ਤਾਂ ਅਸੀਂ ਕਹਿੰਦੇ ਨੇ ਤਾਂ ਪਸ਼ੂ ਹੈ ਜੀ, ਇਹਨੂੰ ਬਿਲਕੁਲ ਹੀ ਸੈਂਸ ਹੀ ਨਹੀਂ ਹੈ, ਗਿਆਨ ਹੀ ਨਹੀਂ ਹੈ ਇਹਨੂੰ। ਪਰ ਕੰਮ ਅਸੀਂ ਪਸ਼ੂਆਂ ਨਾਲੋਂ ਵੀ ਭੈੜੇ ਕਰਦੇ ਹਾਂ। ਸਤਿਗੁਰੂ ਨੇ ਪਸ਼ੂ ਦੀ ਵੀ ਸਲਾਹਤਾ ਕੀਤੀ ਹੈ। ਪਸ਼ੂ ਮਿਲੇ ਚੰਗਿਆਈਆਂ ਖੜ ਖਾਵੈ ਅੰਮ੍ਰਿਤ ਦੇ। ਜਿਹੜਾ ਬੰਦਾ ਨਾਮ ਵੀ ਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਜਿਹੜੇ ਬੰਦੇ ਨਾਮ ਨਹੀਂ ਨਾ ਜਪਦੇ, ਬੰਦਗੀ ਨਹੀਂ ਨਾ ਕਰਦੇ, ਉਹਨਾਂ ਦੇ ਨਾਲ ਤਾਂ ਪਸ਼ੂ ਚੰਗੇ ਆ। ਖੜ ਖਾਵੈ, ਸੁੱਕਾ ਮਿੱਸਾ ਖਾ ਕੇ, ਘਾਹ ਫੂਸ ਖਾ ਕੇ ਅੰਮ੍ਰਿਤ ਦੁੱਧ ਦਿੰਦੇ ਨੇ, ਅੰਮ੍ਰਿਤ ਰੂਪੀ ਦੁੱਧ ਦਿੰਦੇ ਨੇ। ਮੈਂ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ, 5-6 ਚੀਜ਼ਾਂ ਨੂੰ ਅੰਮ੍ਰਿਤ ਦੇ ਨਾਲ ਤਸਵੀਰ ਦਿੱਤੀ ਗਈ ਹੈ। ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ ਮਾਝਾ ਦੁੱਧ, ਸ਼ਹਿਦ ਦੁੱਧ। ਕਹਿਣ ਲੱਗੇ ਖਲੋ ਕੇ ਕਿੱਲਿਆਂ ਤੇ ਮਾਲਕ ਜੈਸਾ ਦਿੰਦਾ ਹੈ ਉਸਾ ਹੀ ਖਾਂਦੇ ਨੇ, ਪਰ ਫਿਰ ਵੀ ਉਹ ਪਰਉਪਕਾਰ ਕਰਦੇ ਨੇ, ਉਹ ਦੁੱਧ ਦਿੰਦੇ ਆ। ਤੇ ਮਨੁੱਖ ਉਸ ਪਸ਼ੂ ਨੂੰ ਛੱਡੋ, ਨਿੱਕੀ ਜਿਹੀ ਜਿਹੜੀ ਮੇਂਢਕ ਹੈ ਉਹਦੇ ਨਾਲੋਂ ਵੀ ਗਿਆ ਗੁਜ਼ਰਿਆ, ਨਿੱਕੀ ਜਿਹੀ ਡੱਡ ਨਾਲੋਂ ਵੀ ਗਿਆ ਗੁਜ਼ਰਿਆ। ਜਲ ਕੇ ਮੱਜਨ ਜੇਗਤ ਹੋਵੇ, ਨਿਤ ਮੇਂਢਕ ਨਹਾਵੇ। ਇੱਥੇ ਸੋਚ ਲਿਆ ਵੀ ਨਹਾਉਣ ਵਾਲੀ ਗੱਲ ਬਣ ਜਾਂਦੀ। ਸਤਿਗੁਰੂ ਕਹਿੰਦੇ ਵੀ ਫਿਰ ਮੇਂਢਕ ਹੈ ਜਿਹੜੀ ਤਾਂ ਪਾਣੀ 'ਚ ਰਹਿੰਦੀ ਹੈ। ਜੈਸੇ ਮੇਂਢਕ ਤੈਸੇ ਓਏ ਨਰ। ਕਹਿਣ ਲੱਗੇ ਜਿਵੇਂ ਡੱਡੂ ਹੈ ਉਹ, ਇਸ ਤਰ੍ਹਾਂ ਉਹ ਮਨੁੱਖ ਦਾ ਜੀਵਨ ਹੈ। ਫਿਰ ਜੋਨੀ ਆਵੇ, ਫਿਰ ਜੰਮਦਾ ਤੇ ਮਰਦਾ ਰਹਿੰਦਾ ਹੈ। ਇਸ ਕਰਕੇ ਪਾਣੀ ਦੇ ਨਾਲ ਅੰਦਰ ਦੀ ਸੁੱਚਤਾ ਨਾਲ ਕੋਈ ਸੰਬੰਧ ਨਹੀਂ ਹੈ। ਇੱਕ ਬੇਨਤੀ ਮੈਂ ਹੋਰ ਕਰ ਜਾਵਾਂ, ਬਾਤ ਚੰਗੀ ਤਰ੍ਹਾਂ ਸਮਝ ਦੇ ਵਿੱਚ ਆ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਸਾਨੂੰ ਇਹ ਬਾਤ ਸਮਝਾਉਂਦੀ ਹੈ, ਨਹਾਵਣ ਚੱਲੇ ਤੀਰਥੀ। ਤੀਰਥਾਂ ਤੇ ਨਹਾਉਣ ਚੱਲੇ ਨੇ। ਮਨ ਖੋਟੇ ਤਨ ਚੋਰ। ਮਨ ਦੇ ਅੰਦਰ ਖੋਟ ਹੈ, ਤਨ ਚੋਰ ਹੈ। ਦੋਏ ਭਾ ਲੱਥੀ ਨਹਾਤਿਆਂ, ਇੱਕ ਭਾ ਲੱਥੀ ਨਹਾਤਿਆਂ ਦੋਏ ਭਾ ਚੜੀਐਸ ਹੋਰ। ਕਹਿਣ ਲੱਗੇ ਇੱਕ ਪਾਪ ਉਤਰਿਆ ਤੇ 2 ਪਾਪ ਹੋਰ ਚੜਾ ਲਏ ਨੇ। ਕਿਤੇ ਨਹਾਉਣ ਦੇ ਇਵਜ਼ ਵਿੱਚ ਅਸੀਂ ਨਹਾਉਣ ਜਾ ਰਹੇ ਹਾਂ ਤੇ ਪਤਾ ਨਹੀਂ ਕੀ ਕੁਝ ਉੱਥੋਂ ਇਕੱਠਾ ਕਰਕੇ ਲਿਆਉਂਦੇ ਹਾਂ।
ਉੱਥੇ ਜਾਂਦੇ ਨੇ, ਅਸੀਂ ਦੇਖਦੇ ਹਾਂ ਜਾਂਦਿਆਂ ਵਾਰੀ ਵਿਚਾਰ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ। ਕੋਈ ਵਾਹਿਗੁਰੂ ਵਾਹਿਗੁਰੂ ਨਹੀਂ ਕਰਦਾ, ਕੋਈ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਨਹੀਂ ਧਰਦਾ। ਆ ਤੁਸੀਂ ਦੇਖ ਲੈਣਾ, ਆ ਥੋੜ੍ਹੇ ਦਿਨਾਂ ਨੂੰ ਫਤਿਹਗੜ੍ਹ ਸਾਹਿਬ ਛੋਟੇ ਸਾਹਿਬਜ਼ਾਦਿਆਂ ਦਾ ਔਰ ਦਾਦੀ ਮਾਂ ਦਾ ਸ਼ਹੀਦੀ ਦਿਹਾੜਾ ਆ ਰਿਹਾ। ਤੁਸੀਂ ਦੇਖਣਾ ਉੱਥੇ ਸਿਰਫ ਲੰਗਰ ਟੈਸਟ ਕਰਨੀ ਜਾਂਦੇ ਆ, ਕਈ ਖੁੰਡੇ ਖਰੀਦਣ ਜਾਂਦੇ ਨੇ। ਕਦੀ ਕਿਸੇ ਦੀ ਅੱਖ ਨਮ ਹੋਈ ਹੈ? हिंद में एक ही तीर्थ है यात्रा के लिए, कटाए जहां पिसर बाप ने खुदा के लिए। ਇੱਕੋ ਹੀ ਤੀਰਥ ਹੈ। ਕਦੀ ਉੱਥੇ ਜਾ ਕੇ ਵੀ ਸਾਡਾ ਮਨ ਨਹੀਂ ਪਸੀਜਦਾ। ਸਾਡੇ ਵੀ ਛੋਟੇ ਛੋਟੇ ਬੱਚੇ ਨੇ, ਸਾਡੇ ਘਰਾਂ 'ਚ ਵੀ ਬਜ਼ੁਰਗ ਮਾਤਾਵਾਂ ਨੇ, ਸਾਡੀ ਦਾਦੀ ਮਾਂ ਨੇ ਇੱਥੇ ਧਰਮ ਦਾ ਪਾਠ ਪੜ੍ਹਾਇਆ ਔਰ ਸਾਡੇ ਬਾਬਿਆਂ ਨੇ ਛੋਟੀ ਉਮਰ ਦੇ ਵਿੱਚ ਨਿੱਕੀਆਂ ਨਿੱਕੀਆਂ ਜਿੰਦਾਂ ਨੇ ਵੱਡੇ ਵੱਡੇ ਸਾਕੇ ਕਰਕੇ ਦਿਖਾਏ ਨੇ। ਕਦੀ ਉਹਨਾਂ ਨੂੰ ਚੇਤੇ ਕਰਕੇ ਉੱਥੇ ਅੱਖ ਦੇ ਵਿੱਚ ਅਥਰੂ ਨਹੀਂ ਆਇਆ, ਪਰ ਕਿਤੇ ਨਾ ਕਿਤੇ ਅਸੀਂ ਜ਼ੋਰ ਲਾ ਦਿੱਤਾ। ਅਸੀਂ ਅਕਸਰ ਗੱਲਾਂ ਕਰਦੇ ਹਾਂ, ਮੈਂ ਉੱਥੇ ਵੀ ਗਿਆ, ਮੈਂ ਉੱਥੇ ਵੀ ਗਿਆ ਨਹਾਉਣ ਵਾਸਤੇ, ਮੈਂ ਉੱਥੇ ਵੀ ਗਿਆ, ਮੈਂ ਤਾਂ ਹਰ ਸਾਲ ਹੀ ਜਾਂਦਾ ਹੈ। ਇੱਕ ਬੜੀ ਵੱਡੀ ਪ੍ਰਾਪਤੀ ਨਹੀਂ ਹੈ। ਤੇ ਜਿਹਨੂੰ ਪੁੱਛ ਲਿਆ ਅੰਮ੍ਰਿਤ ਛਕਿਆ? ਨਹੀਂ। ਬਾਣੀ ਪੜ੍ਹਦਾ ਹੁੰਦਾ? ਨਹੀਂ। ਗੁਰੂ ਦੀ ਗੱਲ ਮੰਨਦਾ? ਨਹੀਂ, ਬਿਲਕੁਲ ਨਹੀਂ। ਇੱਥੋਂ ਤੱਕ ਕਿ ਅਸੀਂ ਤੇ ਬਹੁ ਗਿਣਤੀ ਦੇ ਪਿੱਛੇ ਲੱਗ ਕੇ ਕੰਘੇ ਸਾਫੇ ਤੇ 5 ਕਾਪੜੀ ਦੇਣ ਦੇ ਵਿੱਚ ਵੀ ਉਲਝੇ ਹੋਏ ਹਾਂ। ਨਹੀਂ ਤਾਂ ਪਹਿਲਾਂ ਤੋਂ ਬਜ਼ੁਰਗਾਂ ਦਾ ਚੱਲਦਾ ਹੁੰਦਾ ਜੀ। ਬਜ਼ੁਰਗ ਕਿੱਥੇ ਨੇ? ਹੈ ਨਹੀਂ ਜੀ। ਉਹ ਸਰਾਧ ਕਰਾਉਂਦੇ ਨੇ, ਅਸੀਂ 5 ਕਾਪੜੀ ਦਿੰਦੇ ਹਾਂ, ਘਰੇ ਬੁਲਾ ਕੇ ਪ੍ਰਸ਼ਾਦਾ ਛਕਾਉਂਦੇ। ਗੱਲ ਤਾਂ ਇੱਕੋ ਹੀ ਹੈ, ਗੱਲ ਤਾਂ ਇੱਕੋ ਹੀ ਹੈ। ਇਸ ਵਾਸਤੇ ਸਤਿਗੁਰੂ ਦੀ ਪਾਵਨ ਬਾਣੀ ਤੇ ਗੁਰਮਰਿਆਦਾ ਇਸ ਬਾਤ ਤੋਂ ਬਿਲਕੁਲ ਸਾਨੂੰ ਅਲਰਟ ਕਰਦੀ ਹੈ, ਸਾਨੂੰ ਰੋਕਦੀ ਹੈ। ਸਤਿਗੁਰੂ ਕਹਿੰਦੇ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਹੁਣ ਆਪਾਂ ਥੋੜ੍ਹੀ ਜਿਹੀ ਦੂਜੀ ਬਾਤ ਕਰ ਲਈਏ, ਸਮਾਪਤੀ ਕਰਾਂਗਾ। ਭਾਂਡਾ ਵਧੀਆ ਕਿਹੜਾ ਲੱਗਦਾ ਹੈ? ਉਸ ਅਕਾਲ ਪੁਰਖ ਵਾਹਿਗੁਰੂ ਨੂੰ। ਸਤਿਗੁਰੂ ਦਾ ਇੱਕ ਬਚਨ ਹੈ, ਸਤਿਗੁਰੂ ਕਹਿੰਦੇ ਹਉ ਕੁਰਬਾਨੇ ਜਾਉ ਮਿਹਰਬਾਨਾ, ਹਉ ਕੁਰਬਾਨੇ ਜਾਉ, ਹਉ ਕੁਰਬਾਨੇ ਜਾਉ ਤਿੰਨਾ ਕੇ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿੰਨਾ ਕੇ, ਹਉ ਸਦ ਕੁਰਬਾਨੇ ਜਾਉ। ਮੈਂ ਬਲਿਹਾਰ ਜਾਣਾ। ਭਾਈ ਗੁਰਦਾਸ ਕਹਿੰਦੇ ਬਲਿਹਾਰੀ ਤਿੰਨਾ ਗੁਰ ਸਿੱਖਾਂ, ਅੰਮ੍ਰਿਤ ਵੇਲੇ ਉੱਠ ਬਹਿੰਦੇ। ਇਹ ਸਾਰੀ ਪੌੜੀ ਹੈ ਜਿਹੜੀ ਭਾਈ ਸਾਹਿਬ ਨੇ ਜ਼ਿਕਰ ਕੀਤਾ ਇਹਨਾਂ ਗੱਲਾਂ ਦਾ। ਕਹਿਣ ਲੱਗੇ ਮੈਂ ਕੁਰਬਾਨ ਜਾਣਾ ਇਸੇ ਸਿੱਖਾਂ ਤੋਂ। ਕਬੀਰ ਜੀ ਕਹਿੰਦੇ ਸੁਪਨੇ ਹੂੰ ਬਰੜਾਏ ਕੈ ਜਿਹ ਮੁਖ ਨਿਕਸੈ ਰਾਮ। ਮੈਂ ਬਲਿਹਾਰ ਜਾਣਾ, ਕੋਈ ਸੁਪਨੇ ਦੇ ਵਿੱਚ ਵੀ ਆਪਦੇ ਮੁਖ ਤੋਂ ਪਰਮੇਸ਼ਰ ਦਾ ਨਾਮ ਲਵੇ। ਤਾਂ ਕਿ ਪੱਗ ਕੀ ਪਾਨ ਹੀ ਮੇਰੇ ਤਨ ਕੋ ਚਾਮ, ਮੇਰੇ ਤਨ ਦੀ ਖੱਲ ਉਤਾਰ ਕੇ ਜੁੱਤੀ ਬਣਾ ਕੇ ਉਹਦੀ ਪੈਰਾਂ 'ਚ ਪਾ ਦਿਓ। ਭਾਈ ਗੁਰਦਾਸ ਕਹਿੰਦੇ ਮੇਰੀ ਖੱਲੋ ਮੋਜੜੇ ਗੁਰਸਿੱਖ ਹੰਡਾਉਂਦੇ, ਮਸਤਕ ਲੱਗੈ ਸਾਧ ਰੇਣ ਵਡਭਾਗ ਜਿਨ੍ਹਾਂ ਦੇ। ਤੈ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ। ਇਹੋ ਜਿਹੇ ਭਾਂਡੇ ਨੇ ਜਿਹੜੇ ਉਹ ਗੁਰੂ ਨੂੰ ਚੰਗੇ ਲੱਗਦੇ ਨੇ। ਜਿਹੜੇ ਭਾਂਡੇ ਦੇ ਵਿੱਚੋਂ ਸਿਫਤ ਸਲਾਹ ਨਿਕਲਦੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ। ਕਬੀਰ ਜੀ ਕਹਿੰਦੇ ਕੁੰਭਾਰੈ ਏਕ ਜੋ ਮਾਟੀ ਗੁੰਦੀ, ਬਹੁ ਵਿਦਬਾਨੀ ਲਾਈ, ਕਾਹੂ ਮੈਂ ਮੋਤੀ ਮੁਕਤਾਹਲ ਕਾਹੂ ਵਿਆਦ ਲਗਾਈ। ਜਿਹੜੇ ਵਿਆਦ ਵਾਲੇ ਭਾਂਡੇ ਆ ਨਾ, ਉਹ ਚੰਗੇ ਨਹੀਂ ਲੱਗਦੇ ਵਾਹਿਗੁਰੂ ਨੂੰ। ਤੇ ਜਿਨ੍ਹਾਂ ਦੇ ਵਿੱਚ ਮੋਤੀ ਮੁਕਤਾਹਲ ਸਿਫਤ ਸਲਾਹ ਦੇ ਮੋਤੀ ਪਾਏ ਨੇ ਅਕਾਲ ਪੁਰਖ ਵਾਹਿਗੁਰੂ ਨੇ, ਉਹ ਭਾਂਡੇ ਉਸ ਦਾਤੇ ਨੂੰ ਚੰਗੇ ਲੱਗਦੇ ਨੇ। ਸੋ ਐਤਨੀ ਕੁ ਬੇਨਤੀ ਪ੍ਰਵਾਨ ਕਰਨੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਰਹਿਮਤ ਬਖਸ਼ਿਸ਼ ਕਰਨ। ਸਭਨਾਂ ਨੂੰ ਜੀਵਾਂ, ਸਭਨਾਂ ਦਾ ਧੰਨਵਾਦ। ਇੱਥੇ ਹੀ ਸਮਾਪਤੀ ਹੈ। ਗੁਰਦੇਵ ਦੀ ਸਿਮਰ ਫਤਿਹ ਗਜਾਓ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ